ਪ੍ਰਾਕਥਨ। ਗੁਰਮੁਖ ਤੇ ਮਨਮੁਖ ਦਾ ਸੁਖੀ ਦੁਖੀ ਹੋਣਾ ਦੱਸ ਕੇ ਗੁਰਮੁਖ ਬਣਨੇ ਦੀ ਜਾਚ ਸਿਖਾਈ ਹੈ। ਮਨ ਨੂੰ ਸੰਬੋਧਨ ਕਰਕੇ ਭੁੱਲੇ ਜਗਤ ਨੂੰ ਜੋ ਲੋਭ ਦੇ ਵਿਸ਼ੇਸ਼ ਕਾਰਨ ਕਰਕੇ ਹਉਮੈ ਆਦਿ ਤੋਂ ਨਹੀਂ ਛੁੱਟਦਾ। ਸ੍ਰੀ ਰਾਗ ਮਹੱਲਾ ਪਹਿਲਾ। ਇਹੋ ਮਨੋ ਮੂਰਖ ਲੋਭੀਆ, ਲੋਭੇ ਲੱਗਾ ਲੋਭਾਨ। ਇਹ ਮਨ ਹੀ ਲੋਭੀ ਹੈ ਜੋ ਪਦਾਰਥਾਂ ਦੇ ਲੋਭ ਵਿੱਚ ਲੱਗ ਰਿਹਾ ਹੈ। ਇਸ ਕਰਕੇ ਇਹ ਮਨ ਮੂਰਖ ਹੈ ਜੋ ਨਹੀਂ ਸਮਝਦਾ ਕਿ ਇਸ ਤਰ੍ਹਾਂ ਮੈਂ ਸਭ ਦਿਨਾ ਭੀਜੈ ਸਾਕਤਾ, ਦੁਰਮਤ ਆਵਨ ਜਾਨ। ਸਾਕਤਾ ਸਾਈ ਤੋਂ ਟੁੱਟਾ ਜਾਂ ਮਾਇਆ ਵਿੱਚ ਰੱਤਾ ਦੁਰਮਤੀਆ ਬਣ ਰਿਹਾ ਹਾਂ, ਜਿਸ ਕਰਕੇ ਜਨਮ ਮਰਨ ਬਣਿਆ ਰਹਿਣਾ ਹੈ। ਸਾਧੂ ਸਤਿਗੁਰ ਜੇ ਮਿਲੈ, ਤਾ ਪਾਈਐ ਗੁਣੀ ਨਿਧਾਨ। ਜਨਮ ਮਰਨ ਮੇਟਣ ਵਾਲਾ ਸ਼ਬਦ ਹੈ। ਇਹ ਦੁਰਮਤੀਆ ਉਸ ਸ਼ਬਦ ਵਿੱਚ ਨਹੀਂ ਭਿੱਜਦਾ। ਫਿਰ ਇਹ ਨਹੀਂ ਸਮਝਦਾ ਕਿ ਜੇ ਸ਼੍ਰੇਸ਼ਟ ਸਤਿਗੁਰੂ ਮਿਲ ਪਵੇ ਤਾਂ ਗੁਣਾਂ ਦੇ ਭੰਡਾਰ ਅਕਾਲ ਪੁਰਖ ਨੂੰ ਪਾ ਲਈਦਾ ਹੈ। ਮਨ ਰੇ ਹਉਮੈ ਛੋੜ ਗੁਮਾਨ। ਹੇ ਮੇਰੇ ਮਨ, ਮੇਰੀ ਸੁਮੱਤ ਲੈ ਤੇ ਹਉਮੈ ਹੰਕਾਰ ਨੂੰ ਛੱਡ ਦੇ। ਹਰ ਗੁਰ ਸਰਵਰ ਸੇਵ ਤੂ, ਪਾਵਹਿ ਦਰਗਹਿ ਮਾਨ। ਰਹਾਉ। ਤੇ ਹਰੀ ਰੂਪ ਗੁਰੂ ਦੀ ਸ਼ਰਨ ਪ੍ਰਾਪਤ ਹੋ ਕੇ ਉਸ ਦੀ ਸੇਵਾ ਕਰ। ਗੁਰੂ ਇੱਕ ਪਾਵਨ ਕਰਨੇ ਵਾਲਾ ਸਰੋਵਰ ਹੈ, ਜਿਸ ਦੀ ਸੇਵਾ ਕਰਨੇ ਤੇ ਤੂੰ ਸ਼ੁੱਧ ਹੋ ਕੇ ਦਰਗਾਹ ਵਿੱਚ ਮਾਣ ਪਾਵੇਂਗਾ। ਰਹਾਉ। ਰਾਮ ਨਾਮ ਜਪ ਦਿਨਸ ਰਾਤ, ਗੁਰਮੁਖ ਹਰ ਧਨ ਜਾਨ। ਹਾਂ, ਦਿਨੇ ਰਾਤ ਗੁਰੂ ਦੁਆਰਾ ਨਾਮ ਜਪ ਤੇ ਇਸ ਨਾਮ ਨੂੰ ਹਰੀ ਰੂਪੀ ਧਨ ਜਾਣ। ਭਾਵ ਇਸ ਨੂੰ ਸੱਚਾ ਧਨ ਸਮਝ ਕੇ ਇਸ ਦਾ ਲੋਭ ਕਰ। ਸਭ ਸੁਖ ਹਰ ਰਸ ਭੋਗਣੇ, ਸੰਤ ਸਭਾ ਮਿਲ ਗਿਆਨ। ਧਨ ਦਾ ਲੋਭ ਸੁੱਖਾਂ ਤੇ ਭੋਗਾਂ ਲਈ ਕਰੀਦਾ ਹੈ। ਸੋ ਤੂੰ ਸੰਤ ਸਭਾ ਵਿੱਚ ਮਿਲ ਕੇ ਗਿਆਨ ਗੋਸ਼ਟ ਕਰਨੀ ਤੇ ਹਰੀ ਨਾਮ ਦਾ ਰਸ ਮਾਣਨੇ ਨੂੰ ਸਰਬ ਸੁਖ ਭੋਗਣ ਤੁਲ ਸਮਝ ਲੈ। ਨਿਤ ਅਹਨਿਸ ਹਰ ਪ੍ਰਭ ਸੇਵਿਆ, ਸਤਿਗੁਰ ਦੀਆ ਨਾਮ। ਜਿਨ੍ਹਾਂ ਨੂੰ ਸਤਿਗੁਰੂ ਨੇ ਨਾਮ ਦਿੱਤਾ ਹੈ, ਉਹਨਾਂ ਨੇ ਦਿਨੇ ਰਾਤ ਗੱਲ ਕੀ ਸਦੀਵ ਹੀ ਹਰੀ ਪ੍ਰਭੂ ਨੂੰ ਸੇਵਿਆ ਹੈ। ਕੂਕਰ ਕੂੜ ਕਮਾਈਐ, ਗੁਰ ਨਿੰਦਾ ਪਚੈ ਪਚਾਨ। ਇਹ ਤਾਂ ਰਸਤਾ ਹੈ ਦਰਗਾਹੇ ਜਾ ਕੇ ਮਾਣ ਪਾਉਣੇ ਦਾ। ਪਰ ਜੇ ਕੂਕਰ ਵਾਂਗੂ ਲੋਭੀ ਹੋ ਕੇ ਕੂੜ ਦੀ ਕਮਾਈ ਕਰੀਏ, ਭਾਵ ਕੂੜੇ ਪਦਾਰਥਾਂ ਦੇ ਲੋਭ ਵਿੱਚ ਲੋਭੀ ਹੋਏ ਰਹੀਏ ਤੇ ਗੁਰ ਨਿੰਦਾ ਨੂੰ ਪਚਾਉਣੇ ਯੋਗ ਸਮਝ ਕੇ ਪਚਾਉਂਦੇ ਰਹੀਏ। ਭਰਮੇ ਭੂਲਾ ਦੁਖ ਕਣੋ, ਜਮ ਮਾਰ ਕਰੈ ਖੁੱਲ ਹਾਨ। ਤਾਂ ਸਾੜਾ ਹੀ ਪੱਲੇ ਪੈਂਦਾ ਹੈ। ਐਸਾ ਪੁਰਖ ਭਰਮ ਵਿੱਚ ਭੁੱਲਾ ਕੁੱਤੇ ਵਾਂਗੂ ਭਟਕਦਾ ਹੈ। ਇੱਥੇ ਵੀ ਬਹੁਤ ਦੁੱਖ ਪਾਉਂਦਾ ਹੈ ਤੇ ਅੱਗੇ ਜਾ ਕੇ ਵੀ ਜਮ ਉਸ ਨੂੰ ਮਾਰ ਮਾਰ ਕੇ ਖਲਹਾਨ ਕਰ ਸੁੱਟਦਾ ਹੈ। ਮਨ ਮੁਖ ਸੁਖ ਨਾ ਪਾਈਐ, ਗੁਰਮੁਖ ਸੁਖ ਸੁਭਾਨ। ਸੋ ਮਨਮੁਖ ਹੋ ਕੇ ਕਿਤੇ ਵੀ ਸੁਖ ਨਹੀਂ ਪਾਈਦਾ, ਪਰ ਗੁਰਮੁਖ ਨੂੰ ਅਚਰਜ ਸੁਖ ਪ੍ਰਾਪਤ ਹੁੰਦਾ ਹੈ। ਪ੍ਰਸ਼ਨ। ਗੁਰਮੁਖ ਇੱਥੋਂ ਦੇ ਕੰਮ ਧੰਦੇ ਕਿਵੇਂ ਕਰਦਾ ਹੈ? ਉੱਤਰ। ਐਥੈ ਧੰਦ ਪਿਟਾਈਐ, ਸੱਚ ਲਿਖਤ ਪਰਵਾਨ। ਉਹ ਇੱਥੇ ਕੰਮ ਨੂੰ ਪਿਟਣਾ ਸਮਝ ਕੇ ਕਰਦਾ ਹੈ। ਭਾਵ ਚਿੱਤ ਵਿੱਚ ਸਾਈਂ ਨੂੰ ਮੁੱਖ ਰੱਖ ਕੇ ਕੰਮਾਂ ਨੂੰ ਗਾਉਣ ਸਮਝ ਕੇ ਕਰਦਾ ਹੈ, ਕਿਉਂਕਿ ਅੱਗੇ ਤਾਂ ਸੱਚ ਦੀ ਕਮਾਈ ਦੀ ਲਿਖਤ ਹੀ ਪ੍ਰਵਾਨ ਹੁੰਦੀ ਹੈ। ਹਰ ਸੱਜਣ ਗੁਰ ਸੇਵਦਾ, ਗੁਰ ਕਰਨੀ ਪ੍ਰਧਾਨ। ਇਸੇ ਲਈ ਗੁਰਮੁਖ ਹਰੀ ਦੇ ਸੱਜਣ ਗੁਰੂ ਨੂੰ ਸੇਵਦਾ ਹੈ ਤੇ ਗੁਰੂ ਦੀ ਦੱਸੀ ਕਰਨੀ ਨੂੰ ਉਹ ਆਪਣੇ ਲਈ ਪ੍ਰਧਾਨ ਕਰਮ ਸਮਝ ਕੇ ਕਰਦਾ ਹੈ।
ਨਾਨਕ ਨਾਮ ਨ ਵੀਸਰੈ ਕਰਮ ਸਚੈ ਨੀਸਾਨ। ਉਸ ਤੋਂ ਹੈ ਨਾਨਕ ਉਸ ਨੂੰ ਨਾਮ ਨਹੀਂ ਵਿਸਰਦਾ। ਇਸ ਕਰਕੇ ਉਸ ਤੇ ਸੱਚੇ ਵਾਹਿਗੁਰੂ ਦੀ ਬਖਸ਼ਿਸ਼ ਦੁਆਰਾ ਨਿਸ਼ਾਨ ਪੈ ਜਾਂਦਾ ਹੈ। ਭਾਵ ਇਹ ਕਿ ਉਹ ਕਰਮ ਗੇੜ ਦੇ ਹਿਸਾਬ ਤੋਂ ਉੱਚਾ ਹੋ ਜਾਂਦਾ ਹੈ ਤੇ ਸਾਈਂ ਦੇ ਫਜ਼ਲ ਦੇ ਮੰਡਲ ਵਿੱਚ ਆ ਜਾਂਦਾ ਹੈ। ਵਿਆਖਿਆ। ਇਸ ਸ਼ਬਦ ਵਿੱਚ ਨਾਸ਼ਮਾਨ ਕੂੜੇ ਪਦਾਰਥਾਂ ਵਿੱਚ ਖਚਿਤ ਰਹਿ ਕੇ ਜੀਵਨ ਬਸਰ ਕਰਨ ਤੋਂ ਵਰਜਿਆ ਹੈ, ਕਿਉਂਕਿ ਇਸ ਰੰਗ ਰੇਹਾਂ ਕਰਤਾ ਪੁਰਖ ਤੋਂ ਵਿਛੜੇ ਰਹੀਦਾ ਹੈ। ਕੂੜ ਦੀ ਕਮਾਈ ਨਾਲ ਕੂੜ ਦੀ ਪਾਲ ਉਤਸਰਦੀ ਤੇ ਵਿੱਥ ਵਧਾਉਂਦੀ ਹੈ। ਸੋ ਦੱਸਦੇ ਹਨ ਕਿ ਜਗਤ ਦੇ ਕੰਮ ਕਰੋ, ਪਰ ਅੰਦਰੋਂ ਸਾਈਂ ਨਾਲ ਸਨਮੁਖ ਰਹਿ ਕੇ ਉਹ ਪ੍ਰਾਪਤੀ ਹੋਣੀ ਹੈ ਸਿਮਰਨ ਨਾਲ। ਇਹ ਹੈ ਸੱਚ ਦੀ ਕਰਨੀ। ਇਸ ਨਾਲ ਫਜ਼ਲ ਹੋਣਾ ਹੈ ਤੇ ਦਰਗਾਹੇ ਸਿੱਧੇ ਚਰਨ ਸ਼ਰਨ ਜਾ ਪਹੁੰਚਣਾ ਹੈ। ਫੇਰ ਕਰਮ ਜਾਲ ਨੇ ਕਿਤੇ ਅਟਕਾ ਨਹੀਂ ਸਕਣਾ ਤੇ ਕੂੜ ਦੀ ਪਾਲ ਨਾਮ ਦੀ ਸੱਚ ਕਰਨੀ ਨੇ ਢਾਹ ਘੱਤਣੀ ਹੈ। ਇਹ ਰਾਹ ਹੈ ਬਖਸ਼ੇ ਜਾਣ ਦਾ। ਸੰਸਾਰ ਦੇ ਜੋ ਧੰਦੇ ਕਰਨੇ ਜ਼ਰੂਰੀ ਹਨ ਸੋ ਕਰਨੇ ਹਨ, ਫਰਜ਼ ਸਮਝ ਕੇ ਤੇ ਗੌਣ ਕੰਮ ਸਮਝ ਕੇ। ਉਹਨਾਂ ਵਿੱਚ ਗਾਫਲ ਹੋ ਕੇ ਖਚਿਤ ਨਹੀਂ ਹੋ ਜਾਣਾ। ਨਿਰੁਕਤ। ਮਨੋਂ ਦਾ ਭਾਵ ਹੈ ਮਨ ਹੀ। ਇਹ ਮਨ ਆਪ ਹੀ। ਲੋਭਾਣ ਦਾ ਭਾਵ ਜੋ ਆਪਣੇ ਵਿੱਚ ਲੁਭਾ ਲਵੇ, ਭਾਵ ਪਦਾਰਥ, ਪਦਾਰਥਾਂ ਦੇ ਲੋਭ ਵਿੱਚ। ਸਾਕਤਾ ਦਾ ਭਾਵ ਹੈ ਦੇਖੋ ਪਿੱਛੇ ਪੰਨਾ 214। ਸ਼ਾਕਤਕ ਭਾਵ ਸ਼ਕਤੀ ਉਪਾਸ਼ਕ, ਸ਼ਕਤੀ ਦਾ ਪ੍ਰੇਮੀ, ਮਾਇਆ ਦੇ ਮੋਹ ਵਾਲਾ, ਜੋ ਵਾਹਿਗੁਰੂ ਨਾਲ ਨਹੀਂ ਪਰ ਨਿਰਾ ਮਾਇਆ ਪ੍ਰਾਇਣ ਹੈ। ਸਾਧੂ ਦਾ ਭਾਵ ਹੈ ਸੰਸਕ੍ਰਿਤ ਵਿੱਚ ਸਾਧ, ਸ਼੍ਰੇਸ਼ਟ ਪੁਰਖ, ਸੰਤ ਮਹਾਤਮਾ, ਸਾਧਨਾ ਕਰਨੇ ਵਾਲਾ, ਸ਼੍ਰੇਸ਼ਟ ਸਾਧਨਾ ਕਰਨੇ ਵਾਲਾ ਸੰਤ। ਗੁਣੀ ਨਿਧਾਨ ਦਾ ਭਾਵ ਹੈ ਗੁਣਾਂ ਦਾ ਭੰਡਾਰ, ਭਾਵ ਵਾਹਿਗੁਰੂ। ਸਰਵਰ ਦਾ ਭਾਵ ਹੈ ਸਰੋਵਰ, ਭਾਵ ਤੀਰਥ ਤੋਂ ਹੈ ਜਿਸ ਦੇ ਇਸ਼ਨਾਨ ਨਾਲ ਪਾਪ ਦੂਰ ਹੋ ਜਾਣੇ ਮੰਨੇ ਹਨ। ਸਰ ਭਾਵ ਤੁਲ, ਵਰ ਭਾਵ ਸ੍ਰੇਸ਼ਟ। ਗੁਰੂ ਜੋ ਹਰੀ ਤੁਲ ਸ੍ਰੇਸ਼ਟ ਹੈ, ਜਿਸ ਤਰ੍ਹਾਂ ਗੁਰ ਕੀ ਮਹਿਮਾ ਕਿਆ ਕਹਾ, ਗੁਰ ਬਿਬੇਕ ਸਤ ਸਰ। ਆਸਾ ਮਹੱਲਾ ਪੰਜਵਾ। ਪਚੈ ਪਛਾਣ ਦਾ ਭਾਵ ਹੈ, ਪਚੈ ਭਾਵ ਸੜਦੇ ਹਨ, ਪਛਾਣ ਭਾਵ ਸਾੜਾ, ਭਾਵ ਉਹ ਸੜਦੇ ਹਨ ਤੇ ਸਾੜਾ ਹੀ ਉਹਨਾਂ ਦੇ ਪੱਲੇ ਪੈਂਦਾ ਹੈ। ਜੋ ਨਾਲ ਲੈ ਜਾਂਦੇ ਹਨ ਇਸ ਦੇ ਹੋਰ ਅਰਥ ਵੀ ਲਾਉਂਦੇ ਹਨ। ਪਚੈ ਭਾਵ ਆਪ ਸੜਦੇ ਹਨ, ਪਛਾਣ ਭਾਵ ਹੋਰਨਾਂ ਨੂੰ ਸਾੜਦੇ ਹਨ। ਇੱਥੇ ਸੜਦੇ ਹਨ, ਅੱਗੇ ਨਰਕ ਅਗਨ ਵਿੱਚ ਸੜਨਗੇ। ਪਛਾਣ ਭਾਵ ਹਜਮ ਹੋਣੇ ਯੋਗ, ਭਾਵ ਗੁਰ ਨਿੰਦਾ ਨੂੰ ਪਹੁੰਚਾਉਣ ਯੋਗ ਸਮਝ ਕੇ ਪਹੁੰਚਾਉਂਦੇ ਹਨ। ਖੁੱਲਹਾਣ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਖਲ ਭਾਵ ਤੂੜੀ ਕੁੱਟਣ ਦੀ ਥਾਂ। ਹਿੰਦੀ ਵਿੱਚ ਖਲਹਾਨ, ਪੰਜਾਬੀ ਵਿੱਚ ਖਲਿਹਾਨ। ਅੰਨ ਦੇ ਸੁੱਕੇ ਬੂਟੇ ਵਿਛਾ ਕੇ ਉਹਨਾਂ ਤੇ ਡੰਡੇ ਮਾਰ ਮਾਰ ਜਾਂ ਬੌਲਦ ਤੋਰ ਤੋਰ ਕੇ ਦਾਣੇ ਕੱਢਣੇ। ਅੰਨ ਦੀਆਂ ਭਰੀਆਂ ਦੀ ਤੂੜੀ ਕਰ ਦੇਣੀ, ਜੋ ਦਾਣੇ ਵੱਖ ਹੋ ਜਾਣ, ਖਲਹਾਨ ਕਰਨਾ ਹੈ। ਹੋਰ ਅਰਥ ਲਾਉਣੇ ਦੇ ਵੀ ਯਤਨ ਹੁੰਦੇ ਹਨ। ਖੁੱਲ ਦੀ ਹਾਨੀ ਭਾਵ ਬੰਦਸ਼ ਜਾਂ ਕੈਦ ਵਿੱਚ ਪਾ ਦਿੰਦੇ ਹਨ। ਖਲ ਦੀ ਹਾਨੀ ਭਾਵ ਖਲ ਉਧੇੜਦੇ ਹਨ। ਸੁਭਾਣ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸੋ ਪਲਸ ਭਾਣ, ਸੋਹਣੇ ਪ੍ਰਕਾਸ਼ ਵਾਲੀ। ਅਰਬੀ ਦੇ ਵਿੱਚ ਸੁਭਾਨ ਭਾਵ ਪਵਿੱਤਰ, ਪ੍ਰਕਾਸ਼ਮਈ, ਭਾਵ ਹੈ ਉੱਚ ਆਤਮ ਸੁਖ ਤੋਂ। ਧੰਦ ਪਿਟਾਈਏ ਦਾ ਭਾਵ ਹੈ ਕੰਮ ਨੂੰ ਪਿੱਟਣਾ ਸਮਝ ਕੇ ਕਰਨਾ, ਭਾਵ ਹੈ ਚਿੱਤ ਵਿੱਚ ਸਾਈਂ ਨੂੰ ਮੁੱਖ ਰੱਖ ਕੇ ਕੰਮਾਂ ਨੂੰ ਗੌਣ ਸਮਝ ਕੇ ਕਰਨਾ। ਅੰਦਰੋਂ ਸਾਈਂ ਵੱਲ ਸੁਰਜੀਤ ਰਹਿਣਾ ਤੇ ਉੱਪਰੋਂ ਗਾਫਲ ਹੋਏ ਬਿਨਾਂ ਕੰਮ ਧੰਦੇ ਕਰ ਲੈਣੇ। ਇਉਂ ਤਾਂ ਇਹ ਗੁਰਮੁਖ ਦੇ ਲੱਛਣਾਂ ਵਿੱਚ ਜਾਂਦਾ ਹੈ, ਕਿਉਂਕਿ ਵਿਸ਼ਾ ਗੁਰਮੁਖ ਦਾ ਤੁਰ ਪਿਆ ਹੈ ਤੇ ਅੱਗੋਂ ਗੁਰਮੁਖ ਹੀ ਚੱਲਦਾ ਹੈ। ਵਿੱਚ ਮਨਮੁਖ ਦਾ ਵਿਸ਼ਾ ਫੱਬਦਾ ਘੱਟ ਹੈ, ਪਰ ਜੇ ਇਸ ਨੂੰ ਮਨਮੁਖ ਦਾ ਲੱਛਣ ਹੀ ਲਾਉਣਾ ਹੋਵੇ ਤਾਂ ਇਉਂ ਲਾਉਂਦੇ ਹਨ। ਮਨਮੁਖ ਐਸੇ ਝੂਠੇ ਧੰਦਿਆਂ ਦੇ ਪਿੱਟਣਿਆਂ ਵਿੱਚ ਰਹਿੰਦੇ ਹਨ, ਪਰ ਅੱਗੇ ਸੱਚ ਦੀ ਕਮਾਈ ਦੀ ਲਿਖਤ ਪ੍ਰਵਾਨ ਹੁੰਦੀ ਹੈ। ਨਿਸ਼ਾਨ ਦਾ ਭਾਵ ਹੈ ਫਾਰਸੀ ਵਿੱਚ ਨਿਸ਼ਾਨ ਭਾਵ ਚਿੰਨ, ਨਿਸ਼ਾਨੀ। ਚਿੰਨ ਭਾਵ ਹੈ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ।
ਉਹਨਾਂ ਦਾ ਕਰਮ ਗੇੜ ਦਾ ਹਿਸਾਬ ਮੁੱਕ ਜਾਂਦਾ ਹੈ। ਉਹਨਾਂ ਉੱਤੇ ਸਾਈਂ ਦੀ ਬਖਸ਼ਿਸ਼ ਦਾ ਫਜ਼ਲ ਦਾ ਨਿਸ਼ਾਨ ਪੈ ਜਾਂਦਾ ਹੈ, ਜਿਸ ਕਰਕੇ ਮਰ ਕੇ ਉਹਨਾਂ ਨੂੰ ਕਿਤੇ ਠਾਕ ਨਹੀਂ ਹੁੰਦੀ। ਉਹ ਬਖਸ਼ੇ ਹੋਏ ਸਿੱਧੇ ਸਾਈਂ ਸ਼ਰਨ ਨੂੰ ਜਾ ਪ੍ਰਾਪਤ ਹੁੰਦੇ ਹਨ। ਜਿਉਂਦੇ ਜੀ ਉਹ ਦਾਤਾ ਪਦ ਵਿੱਚ ਖੇਡਦੇ ਹਨ। ਪ੍ਰਾਕਥਨ। ਅਗਲੇ ਸ਼ਬਦ ਵਿੱਚ ਮਾਇਆ ਵਿੱਚ ਖਚਿਤ ਮਨਮੁਖ ਤੇ ਪੁੱਗੇ ਹੋਏ ਗੁਰਮੁਖ ਦਾ ਵੇਰਵਾ ਟਾਕਰਾ ਨਹੀਂ। ਨਿਰਾ ਉਸ ਗੁਰਸਿੱਖ ਗੁਰਮੁਖ ਦਾ ਦਿਲ ਨਕਸ਼ਾ ਦਿਖਾਇਆ ਹੈ, ਜੋ ਸਿਮਰਨ ਵਿੱਚ ਪੁੱਗਾ ਖੜਾ ਹੈ। ਜੋ ਪਲ ਭਰ ਵੀ ਉਕਦਾ ਹੈ ਤਾਂ ਬਿਰਹਣੀ ਵਾਂਗੂ ਵਿਆਕੁਲ ਹੋ ਉੱਠਦਾ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਇੱਕ ਤਿਲ ਪਿਆਰਾ ਵੀਸਰੈ, ਰੋਗ ਵੱਡਾ ਮਨ ਮਾਹੇ। ਜੇ ਸਾਨੂੰ ਇੱਕ ਛਿਣ ਭਰ ਪਿਆਰਾ ਵਾਹਿਗੁਰੂ ਭੁੱਲ ਜਾਵੇ ਤਾਂ ਮਨ ਵਿੱਚ ਇੱਕ ਵੱਡੀ ਬਿਮਾਰੀ ਤੁੱਲ ਬੇਚੈਨੀ ਲੱਗ ਪੈਂਦੀ ਹੈ। ਇਹ ਦਸ਼ਾ ਤਾਂ ਇੱਥੇ ਹੁੰਦੀ ਹੈ ਤੇ ਨਾਲ ਅੱਗੇ ਦਾ ਫਿਕਰ ਪੈ ਜਾਂਦਾ ਹੈ ਕਿ ਕਿਉ ਦਰਗਹਿ ਪਤ ਪਾਈਐ, ਜਾ ਹਰ ਨਾ ਵਸੈ ਮਨ ਮਾਹੇ। ਦਰਗਾਹ ਵਿੱਚ ਆਦਰ ਕਿਸ ਤਰ੍ਹਾਂ ਪਾਵਾਂਗੇ, ਜਦ ਕਿ ਇੱਥੇ ਵਾਹਿਗੁਰੂ ਮਨ ਵਿੱਚ ਵਸਨੀਕ ਵਾਂਗੂ ਵਸ ਨਹੀਂ ਪੈਂਦਾ। ਪ੍ਰਸ਼ਨ। ਇਹ ਦੁੱਖ ਨਿਵਰਤ ਕਿਵੇਂ ਹੋਵੇ? ਉੱਤਰ। ਗੁਰ ਮਿਲਿਐ ਸੁਖ ਪਾਈਐ, ਅਗਨ ਮਰੈ ਗੁਣ ਮਾਹੇ। ਸਾਈਂ ਦਾ ਦਿਲੋਂ ਵਿਸਾਰਨਾ ਕਿਸੇ ਤ੍ਰਿਸ਼ਨਾ ਦੀ ਛੋਹ ਤੋਂ ਹੁੰਦਾ ਹੈ। ਇਹ ਤ੍ਰਿਸ਼ਨਾ ਦੀ ਅੱਗ ਵਾਹਿਗੁਰੂ ਦੇ ਗੁਣਾਨਵਾਦ ਵਿੱਚ ਲੱਗਿਆਂ ਮਰਦੀ ਹੈ ਤੇ ਇਹ ਦਾਤ ਗੁਰੂ ਦੇ ਮਿਲਿਆਂ ਮਿਲਦੀ ਹੈ, ਤਾਂ ਮਨ ਦਾ ਰੋਗ ਹਟ ਕੇ ਸੁਖ ਪਾਈਦਾ ਹੈ। ਮਨ ਰੇ ਅਹਨਿਸ ਹਰ ਗੁਣ ਸਾਰ, ਤਾਂ ਤੇ ਹੇ ਮਨ ਤੂੰ ਦਿਨੇ ਰਾਤ ਹਰੀ ਦੇ ਗੁਣਾਂ ਦਾ ਚਿੰਤਨ ਕਰ। ਜਿਨ ਖਿਨ ਪਲ ਨਾਮ ਨਾ ਵੀਸਰੈ, ਤੇ ਜਨ ਵਿਰਲੇ ਸੰਸਾਰ ਰਹਾਉ। ਚਾਹੇ ਜਿਨ੍ਹਾਂ ਨੂੰ ਖਿਨ ਤੇ ਪਲ ਭਰ ਵੀ ਨਾਮ ਨਹੀਂ ਵਿਸਰਦਾ, ਉਹ ਪੁਰਖ ਸੰਸਾਰ ਵਿੱਚ ਵਿਰਲੇ ਹਨ। ਤਦ ਵੀ ਤੂੰ ਬਹੁਤਿਆਂ ਭੁੱਲਿਆਂ ਦੀ ਰੀਸ ਨਾ ਕਰ, ਪਰ ਥੋੜਿਆਂ ਯਾਦ ਵਾਲਿਆਂ ਦੀ ਕਰ, ਕਿਉਂਕਿ ਉਹ ਥੋੜੇ ਦਰੁਸਤੀ ਤੇ ਹਨ। ਰਹਾਉ। ਜੋਤੀ ਜੋਤ ਮਿਲਾਈਐ, ਸੁਰਤੀ ਸੁਰਤ ਸੰਜੋਗ। ਹੇ ਮਨ, ਬਹੁਤਿਆਂ ਭੁੱਲਿਆਂ ਹੋਇਆਂ ਦੀ ਸੁਰਤੀ ਵਿੱਚ ਸਰਤ ਨਾ ਰਲਾਈਏ, ਸਗੋਂ ਗੁਰੂ ਜੋ ਸੁਰਤੀ ਅਰਥਾਤ ਜਾਗਦੀ ਸੁਰਤ ਵਾਲਾ ਹੈ, ਉਸ ਦੀ ਸੁਰਤ ਵਿੱਚ ਸੁਰਤ ਮਿਲਾਈਏ। ਹਿੰਸਾ ਹਉਮੈ ਗਤ ਗਏ, ਨਾਹੀ ਸਹਿਸਾ ਸੋਗ। ਤੇ ਵਾਹਿਗੁਰੂ ਜੋ ਜੋਤੀ ਸਰੂਪ ਹੈ, ਉਸ ਦੀ ਜੋਤ ਵਿੱਚ ਆਪਣੀ ਜੋਤ ਮਿਲਾਈਏ। ਤਦ ਕੀ ਦੇਖੀਦਾ ਹੈ ਕਿ ਹਉਮੈ ਤੇ ਹਿੰਸਾ ਅੰਦਰੋਂ ਨਾਸ਼ ਹੋ ਗਏ ਹਨ, ਤੇ ਉਥੇ ਹੁਣ ਨਾ ਤਾਂ ਸੰਸਾ ਬਾਕੀ ਹੈ ਤੇ ਨਾ ਸੋਗ। ਗੁਰਮੁਖ ਜਿਸ ਹਰ ਮਨ ਵਸੈ, ਤਿਸ ਮੇਲੇ ਗੁਰ ਸੰਜੋਗ। ਸੋ ਜਿਸ ਦੇ ਮਨ ਵਿੱਚ ਹਰੀ ਨਿਰੰਤਰ ਵਸ ਜਾਂਦਾ ਹੈ, ਉਸ ਨੂੰ ਫੇਰ ਗੁਰਮੁਖ ਭਾਵ ਗੁਰੂ ਦਾ ਵੱਡਾ ਮੇਲ ਅਰਥਾਤ ਪ੍ਰਮਾਤਮਾ ਦਾ ਮੇਲ ਮਿਲਾ ਦਿੰਦਾ ਹੈ। ਕਾਇਆ ਕਾਮਣ ਜੇ ਕਰੀ, ਭੋਗੇ ਭੋਗਣ ਹਾਰ। ਤਿਸ ਸਿਓ ਨੇਹੋ ਨਾ ਕੀਜਈ, ਜੋ ਦੀਸੈ ਚੱਲਣ ਹਾਰ। ਸੋ ਜੇ ਮੈਂ ਉਸ ਨਾਲ ਪਿਆਰ ਨਾ ਕਰਾਂ, ਜੋ ਕਿ ਚੱਲਣ ਹਾਰ ਪਿਆ ਦਿਸਦਾ ਹੈ, ਸਗੋਂ ਨੇਹੋ ਕਰਾਂ ਅਵਿਨਾਸੀ ਨਾਲ, ਇਉਂ ਕਿ ਆਪਣੀ ਦੇਹ ਨੂੰ ਪਤੀ ਪ੍ਰੇਮਣ ਇਸਤਰੀ ਵੱਤ ਬਣਾ ਲਵਾਂ, ਤਾਂ ਭਗਤੀ ਦਾ ਰਸੀਆ ਭੋਗਣ ਵਾਲਾ ਪ੍ਰਭੂ ਮੇਰੇ ਪਿਆਰ ਦਾ ਰਸ ਵੀ ਭੋਗੇਗਾ। ਭਾਵ ਇਹ ਕਿ ਅਤਿਅੰਤ ਪ੍ਰੇਮ ਕਰਨ ਨਾਲ ਵਾਹਿਗੁਰੂ ਵੀ ਮੈਨੂੰ ਪ੍ਰੇਮ ਕਰੇਗਾ, ਕਿਉਂਕਿ ਮੈਂ ਪ੍ਰਤੱਖ ਦੇਖ ਰਹੀ ਹਾਂ ਕਿ ਗੁਰਮੁਖ ਰਵਹਿ ਸੁਹਾਗਣੀ, ਸੋ ਪ੍ਰਭ ਸੇਜ ਪਤਾਰ। ਉਹ ਪ੍ਰਭੂ ਜੋ ਸੇਜਾਂ ਦਾ ਮਾਲਕ ਹੈ, ਗੁਰਮੁਖ ਰੂਪ ਸੁਹਾਗਣਾ ਨੂੰ ਆਪ ਮਾਣਦਾ ਹੈ, ਅਥਵਾ ਗੁਰਮੁਖ ਰੂਪੀ ਸੁਹਾਗਣਾ ਹੀ ਉਸ ਸੇਜਾ ਦੇ ਪਤੀ ਪ੍ਰਭੂ ਦੇ ਮਿਲਾਪ ਰਸ ਨੂੰ ਮਾਣ ਰਹੀਆਂ ਹਨ। ਚਾਰੇ ਅਗਨ ਨਿਵਾਰ ਮਾਰ, ਗੁਰਮੁਖ ਹਰ ਜਲ ਪਾਏ। ਸੋ ਹੇ ਗੁਰ ਸਿੱਖ, ਗੁਰੂ ਦੁਆਰਾ ਹਰੀ ਨਾਮ ਰੂਪੀ ਜਲ ਪ੍ਰਾਪਤ ਕਰ
ਤੇ ਚਾਰੋਂ ਅੱਗਾਂ ਦੂਰ ਕਰਕੇ ਜਿਉਂਦਿਆਂ ਮਰ ਜਾਹ। ਫਿਰ ਤੂੰ ਕੀ ਦੇਖੇਂਗਾ, ਅੰਤਰ ਕਮਲ ਪਰਗਾਸਿਆ, ਅੰਮ੍ਰਿਤ ਭਰਿਆ ਅਗਾਏ। ਕਿ ਅੰਦਰ ਕੌਲ ਖਿੜ ਪਿਆ ਹੈ, ਜਿਸ ਵਿੱਚ ਅੰਮ੍ਰਿਤ ਭਰ ਰਿਹਾ ਹੈ, ਤੇ ਤੂੰ ਤ੍ਰਿਪਤ ਹੋ ਰਿਹਾ ਹੈ। ਸੋ ਨਾਮ ਦਾਤਾ ਸਤਿਗੁਰੂ ਨੂੰ ਮਿੱਤਰ ਬਣਾਉਣਾ ਕਰ। ਨਾਨਕ ਸਤਿਗੁਰ ਮੀਤ ਕਰ, ਸਚ ਪਾਵਹਿ ਦਰਗਹਿ ਜਾਏ। ਸਤਿਗੁਰੂ ਨੂੰ ਮਿੱਤਰ ਬਣਾ, ਫੇਰ ਤੂੰ ਦਰਗਾਹੇ ਜਾ ਕੇ ਵੀ ਸੱਚ ਸੁਖ ਪਾਵੇਂਗਾ, ਕਹਿੰਦੇ ਹਨ ਗੁਰੂ ਨਾਨਕ ਦੇਵ ਜੀ। ਚੌਥੇ ਪਦੇ ਦਾ ਦਾਨੇ ਇਉਂ ਵੀ ਅਰਥ ਕਰਦੇ ਹਨ। ਹਾਂ, ਐਸੇ ਗੁਰਮੁਖਾਂ ਨੇ ਪਹਿਲੋਂ ਹਰੀ ਨਾਮ ਰੂਪੀ ਜਲ ਪ੍ਰਾਪਤ ਕੀਤਾ ਸੀ, ਫਿਰ ਉਹਨਾਂ ਨੇ ਚਹੋਂ ਅੱਗਾਂ ਨੂੰ ਦੂਰ ਕਰਕੇ ਜੀਵੰਦਿਆਂ ਮਰਨ ਵਾਲੀ ਅਵਸਥਾ ਪ੍ਰਾਪਤ ਕੀਤੀ ਸੀ। ਫਿਰ ਉਹਨਾਂ ਦੇ ਅੰਦਰ ਕਮਲ ਖਿੜ ਪਿਆ, ਜੋ ਕਮਲ ਕੇ ਅੰਮ੍ਰਿਤ ਦਾ ਭਰਿਆ ਹੋਇਆ ਸੀ। ਉਸ ਨੂੰ ਪੀ ਕੇ ਉਹ ਤ੍ਰਿਪਤ ਹੋ ਗਏ। ਤਾਂ ਤੇ ਹੈ ਨਾਨਕ ਸਤਿਗੁਰੂ ਨੂੰ ਮਿੱਤਰ ਬਣਾ, ਤਾਂ ਜੋ ਦਰਗਾਹੇ ਜਾ ਕੇ ਤੂੰ ਸੱਚ ਸੁਖ ਨੂੰ ਪ੍ਰਾਪਤ ਹੋਵੇਂ। ਵਿਆਖਿਆ। ਇਸ ਸ਼ਬਦ ਵਿੱਚ ਵਾਹਿਗੁਰੂ ਜੀ ਨੂੰ ਲਗਾਤਾਰ ਯਾਦ ਰੱਖਣੇ ਦੀ ਲੋੜ ਦੱਸੀ ਹੈ। ਦਿਨ ਰਾਤ ਵਿੱਚ ਇੱਕ ਪਲ ਭਰ ਦਾ ਵਿਸਾਰਾ ਨਹੀਂ ਚਾਹੀਦਾ। ਇਸ ਵਿੱਚ ਉਸ ਗੁਰਸਿੱਖ ਦੀ ਅਵਸਥਾ ਦੱਸੀ ਹੈ ਜੋ ਦਮ-ਦਮ ਸਾਈਂ ਨੂੰ ਸੰਭਾਲਦਾ ਹੈ, ਪਰ ਸੰਸਾਰ ਦੇ ਕਾਰਯਵਸ਼ ਕਿ ਕਿਸੇ ਤ੍ਰਿਸ਼ਨਾ ਦੀ ਛੋਹ ਅਥਵਾ ਕਿਸੇ ਅਣਜਾਣੇ ਕਾਰਨ ਕਰਕੇ ਕੋਈ ਐਸੀ ਪਲ ਲੰਘ ਜਾਂਦੀ ਹੈ ਜਿਸ ਨੂੰ ਉਹ ਵਿਸਾਰੇ ਦੀ ਸਮਝਦਾ ਹੈ। ਉਸ ਨੂੰ ਉਸ ਦਾ ਵੀ ਮੰਦਾ ਲੱਗਦਾ ਹੈ। ਉਸ ਵਿਸਰਨ ਨੂੰ ਉਹ ਰੋਗ ਤੁੱਲ ਸਮਝਦਾ ਹੈ, ਕਿਉਂਕਿ ਉਸ ਦਾ ਮਨ ਸਿਮਰਨ ਨਾਲ ਨਿਰਮਲ ਹੋ ਚੁੱਕਾ ਹੈ, ਇਕਾਗਰ ਹੁੰਦਾ ਹੈ ਤੇ ਇਕਾਗਰ ਸੁਖ ਸਰੂਪ ਉੱਤੇ ਹੁੰਦਾ ਹੈ, ਇਸ ਲਈ ਰਸਮਈ ਹੋ ਜਾਂਦਾ ਹੈ। ਜਦ ਨਾਮ ਵਿਸਰਦਾ ਹੈ ਤਦ ਰਸ ਭੰਗ ਹੁੰਦਾ ਹੈ। ਰਸ ਭੰਗਤਾ ਤੋਂ ਵਿਆਕੁਲਤਾ ਹੁੰਦੀ ਹੈ। ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਵਿਲ ਲਾਏ। ਧਨਾਸਰੀ ਮਹੱਲਾ ਪਹਿਲਾ। ਇਸ ਵਾਸਤੇ ਮਨ ਨੂੰ ਉਪਦੇਸ਼ ਦਿੰਦੇ ਹਨ। ਮਨ ਰੇ ਅਹਨਿਸ ਹਰ ਗੁਣ ਸਾਰ। ਸ੍ਰੀ ਰਾਗ ਮਹੱਲਾ ਪਹਿਲਾ। ਇਹ ਅਵਸਥਾ ਪੁੱਗਣ ਵਾਲੇ ਗੁਰਸਿੱਖ ਦੀ ਹੈ, ਕਿਉਂਕਿ ਉਹ ਵਾਹਿਗੁਰੂ ਨੂੰ ਪਿਆਰਾ ਕਹਿ ਰਿਹਾ ਹੈ, ਜਿਸ ਦਾ ਭਾਵ ਇਹ ਹੈ ਕਿ ਉਸ ਦੇ ਸਿਮਰਨ ਨੇ ਉਸ ਦੀ ਲਗਨ ਨੂੰ ਈਸ਼ਵਰ ਪ੍ਰੇਮ ਬਣਾ ਦਿੱਤਾ ਹੈ, ਤੇ ਉਹ ਸਾਈਂ ਨੂੰ ਪਿਆਰਾ ਕਰਕੇ ਯਾਦ ਕਰ ਰਿਹਾ ਹੈ। ਫਿਰ ਦੱਸਦੇ ਹਨ ਕਿ ਜਿਨ੍ਹਾਂ ਨੂੰ ਨਾਮ ਖਿਣ ਪਲ ਵਾਸਤੇ ਵੀ ਨਹੀਂ ਭੁੱਲਦਾ, ਉਹ ਪੁਰਖ ਸੰਸਾਰ ਵਿੱਚ ਵਿਰਲੇ ਹਨ। ਇਹ ਵਿਸ਼ਾ ਰਹਾਉ ਦੇ ਅੰਤ ਤੇ ਮੁੱਕਦਾ ਹੈ। ਅੱਗੇ ਹੁਣ ਜੋਤੀ ਜੋਤ ਮਿਲਣ ਦਾ ਉਪਦੇਸ਼ ਤੇ ਪ੍ਰਕਾਰ ਹੈ। ਬੀਤ ਰਾਗ ਦੇ ਚਿੱਤ ਵਿੱਚ ਚਿੱਤ ਸਮਾਉਣਾ ਸਮਾਧੀ ਦਾ ਇੱਕ ਤਰੀਕਾ ਹੈ। ਇੱਥੇ ਦੱਸਿਆ ਹੈ ਕਿ ਜਿਨ੍ਹਾਂ ਨੂੰ ਖਿਣ ਪਲ ਨਾਮ ਨਹੀਂ ਵਿਸਰਦਾ, ਉਹਨਾਂ ਨੇ ਸਤਿਗੁਰ ਦੀ ਸੁਰਤ ਵਿੱਚ ਸੁਰਤ ਨੂੰ ਮੇਲਣਾ, ਉਸ ਦੀ ਸਦਾ ਨਾਮ ਰੰਗੀ ਸੁਰਤ ਦੀ ਰੰਗਤ ਲੈ ਕੇ ਸਿਮਰਨ ਵਾਲੇ ਹੋ ਜਾਣਾ ਹੈ। ਪਹਿਲੀ ਤੁਕ ਦੇ ਮਗਰੋਂ ਆਉਣ ਕਰਕੇ ਇਸ਼ਾਰਾ ਗੁਰੂ ਵੱਲ ਹੈ। ਗੁਰਬਾਣੀ ਦੇ ਪ੍ਰਮਾਣ ਵੀ ਹਨ। ਚਿਤ ਹੈ ਚਿਤ ਸਮਾਇ, ਤਾ ਹੋਵੈ ਰੰਗ ਕਨਾ। ਹੁਣ ਹੈ ਮਹੱਲਾ ਪੰਜਵਾ। ਸੁਰਤੀ ਸੁਰਤ ਰਲਾਇਐ ਏਤ, ਤਨ ਕਰ ਤੁਲਹਾ ਲੰਘੈ ਜੇਤ। ਰਾਮਕਲੀ ਮਹੱਲਾ ਪਹਿਲਾ। ਜੋ ਸੁਰਤ ਨੂੰ ਸਤਿਗੁਰੂ ਦੀ ਸੁਰਤ ਵਿੱਚ ਮੇਲਣਾ ਹੈ ਤੇ ਅੰਤ ਨੂੰ ਪ੍ਰਮਾਤਮ ਜੋਤ ਵਿੱਚ ਆਪਣੀ ਆਤਮ ਜੋਤ ਮੇਲਣੀ ਹੈ, ਪਰ ਕਈ ਸੱਜਣ ਸੁਰਤ ਮੇਲਣੀ ਦਾ ਭਾਵ ਵੀ ਪਰਮਾਤਮਾ ਵਿੱਚ ਲਾ ਲੈਂਦੇ ਹਨ। ਫਿਰ ਦੱਸਿਆ ਕਿ ਆਪਣੇ ਆਪ ਨੂੰ ਪ੍ਰੇਮੀ ਬਣਾਵੇ। ਫਿਰ ਕਿਹਾ ਕਿ ਦ੍ਰਿਸ਼ਟ ਮਾਨ ਨਾਲ ਪ੍ਰੇਮ ਨਾ ਪਾਵੇ, ਚਾਰ ਅੱਗਾਂ ਨਿਵਾਰੇ, ਨਾਮ ਜਲ ਪੀਵੇ ਤੇ ਜੋਤੀ ਨਾਲ ਜੋਤ ਮਿਲਾਵੇ। ਸੋ ਮਨ ਨੂੰ ਦੀਸਨਹਾਰ ਦੇ ਨੇਹੋਂ ਤੋਂ ਤੋੜਨਾ, ਸਤ ਸੰਗ ਪ੍ਰਾਪਤ ਹੋਣਾ ਤੇ ਵਾਹਿਗੁਰੂ ਨੂੰ ਯਾਦ ਕਰਨਾ ਇਹ ਮਾਰਗ ਹੈ। ਤੁਕਾਂ ਨੂੰ ਜੇ ਤੁਕਵਾਰ ਭਾਵ ਸਮਝਣੇ ਹੇਤ ਪੜ੍ਹੀਏ ਤਾਂ ਚਾਰ ਭਾਵ ਇਉਂ ਸਪਸ਼ਟ ਹੁੰਦੇ ਹਨ। ਨੰਬਰ 1, ਪੀੜਾ ਜੋ ਵਾਪਰ ਰਹੀ ਹੈ। ਇੱਕ ਤਿਲ ਪਿਆਰਾ ਵੀਸਰੈ, ਰੋਗ ਵੱਡਾ ਮਨ ਮਾਹੇ।
ਕਿਉ ਦਰਗਹਿ ਪਤ ਪਾਈਐ, ਜਾ ਹਰਿ ਨਾ ਵਸੈ ਮਨ ਮਾਹੇ। ਨੰਬਰ 2, ਪੀੜ ਨਿਵਾਰਨ ਦੇ ਸਾਧਨ ਕੀ ਹਨ? ਤੋਕ 10ਵੀਂ, ਤਿਸ ਸਿਓ ਨੇਹੋ ਨਾ ਕੀਜਈ, ਜੋ ਦੀਸੈ ਚੱਲਣ ਹਾਰ। ਤੋਕ 12ਵੀਂ, ਚਾਰੇ ਅਗਨ ਨਿਵਾਰ ਮਰ, ਗੁਰਮੁਖ ਹਰਿ ਜਲ ਪਾਏ। ਤੋਕ 34, ਮਨ ਰੇ ਅਹਨਿਸ ਹਰਿ ਗੁਣ ਸਾਰ। ਤੋਕ 6ਵੀਂ, ਜੋਤੀ ਜੋਤ ਮਿਲਾਈਐ, ਸੁਰਤੀ ਸੁਰਤ ਸੰਜੋਗ। ਨੰਬਰ 3, ਹੋਰ ਸਾਧਨ ਤੇ ਫਲ ਜੋ ਇਕੱਠੇ ਦੱਸੇ ਹਨ। ਪੰਗਤੀ 14ਵੀਂ, ਨਾਨਕ ਸਤਿਗੁਰ ਮੀਤ ਕਰ, ਸਚ ਪਾਵਹਿ ਦਰਗਹਿ ਜਾਏ। ਪੰਗਤੀ 3, ਗੁਰ ਮਿਲਿਐ ਸੁਖ ਪਾਈਐ, ਅਗਨ ਮਰੈ ਗੁਣ ਮਾਹੇ। ਪੰਗਤੀ 9ਵੀਂ, ਕਾਇਆ ਕਾਮਣ ਜੇ ਕਰੀ, ਭੋਗੇ ਭੋਗਣ ਹਾਰ। ਨੰਬਰ 4, ਇਹਨਾਂ ਸਾਧਨਾਂ ਦਾ ਫਲ ਦੱਸਦੇ ਹਨ। ਤੋਕ 11ਵੀਂ, ਗੁਰਮੁਖ ਰਵਹਿ ਸੁਹਾਗਣੀ, ਸੋ ਪ੍ਰਭ ਸੇਜ ਪਤਾਰ। ਤੋਕ 8ਵੀਂ, ਗੁਰਮੁਖ ਜਿਸ ਹਰ ਮਨ ਵਸੈ, ਤਿਸ ਮੇਲੇ ਗੁਰ ਸੰਜੋਗ। ਤੋਕ 7ਵੀਂ, ਹਿੰਸਾ ਹਉਮੈ ਗਤ ਗਏ, ਨਾਹੀ ਸਹਿਸਾ ਸੋਗ। ਤੋਕ 13ਵੀਂ, ਅੰਤਰ ਕਮਲ ਪ੍ਰਗਾਸਿਆ, ਅੰਮ੍ਰਿਤ ਭਰਿਆ ਅਗਾਏ। ਨੰਬਰ 5, ਲੱਗਦੇ ਹੱਥ ਦੀ ਸੂਚਨਾ। ਇਸ ਗਤੀ ਦੇ ਮਹਾਤਮਾ ਕਿੰਨੇ ਕੋ ਹਨ? ਤੋਕ 5ਵੀਂ, ਜਿਨ ਖਿਨ ਪਲ ਨਾਮ ਨ ਵੀਸਰੈ, ਤੇ ਜਨ ਵਿਰਲੇ ਸੰਸਾਰ। ਭਾਵ ਹੈ ਇਹਨਾਂ ਦੀ ਰੀਸ ਕਰ, ਚਾਹੇ ਇਹ ਥੋੜੇ ਹਨ। ਨਿਰੁਕਤ, ਤਿਲ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਤਿਲ ਇੱਕ ਨਿੱਕਾ ਜਿਹਾ ਬੀਜ ਹੈ। ਛੋਟਾ ਹੋਣ ਕਰਕੇ ਥੋੜੇ ਦੇ ਅਰਥਾਂ ਵਿੱਚ ਵਰਤੀਂਦਾ ਹੈ। ਇੱਥੇ ਭਾਵ ਹੈ ਥੋੜਾ ਚਿਰ, ਛਿਣ ਭਰ। ਰਹਾਉ ਦੀ ਦੂਜੀ ਤੋਕ ਵਿੱਚ ਇਸ ਦਾ ਭਾਵ ਗੁਰੂ ਜੀ ਨੇ ਆਪ ਦੱਸ ਦਿੱਤਾ ਹੈ, ਖਿਨ ਪਲ। ਰੋਗ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਰੋਗ ਭਾਵ ਬਿਮਾਰੀ। ਮੁਰਾਦ ਹੈ ਮਨ ਦੀ ਦਸ਼ਾ ਐਸੀ ਬੇਕਲ ਹੋ ਜਾਂਦੀ ਹੈ ਕਿ ਜੈਸੀ ਕਿਸੇ ਵੱਡੀ ਬਿਮਾਰੀ ਲੱਗਣ ਨਾਲ ਹੁੰਦੀ ਹੈ। ਮਾਹੇ ਦਾ ਭਾਵ ਹੈ ਵਿੱਚ। ਤਿੰਨਾਂ ਤੁਕਾਂ ਦੇ ਅਖੀਰ ਵਿੱਚ ਮਾਹੇ ਪਦ ਹੈ। ਦ੍ਰਿਸ਼ਟੀ ਵਿੱਚ ਤਾਂ ਸਪਸ਼ਟ ਅਰਥ ਹੈ ਵਿੱਚ। ਪਹਿਲੀ ਤੁਕ ਵਿੱਚ ਵੀ ਇਹੋ ਅਰਥ ਹੈ। ਪਰ ਜੇ ਮਨ ਰੋਗ ਵੱਡਾ ਸਮਝ ਕੇ ਮਾਹੇ ਦਾ ਅਰਥ ਮਹੀਨਾ ਲਾਓ ਤਾਂ ਭਾਵ ਬਣੇਗਾ ਕਿ ਮਨ ਦਾ ਵੱਡਾ ਰੋਗ ਹੋ ਪੈਂਦਾ ਹੈ ਤੇ ਤਿਲ ਮਹੀਨੇ ਤੁਲ ਹੋ ਜਾਂਦਾ ਹੈ। ਇਸੇ ਤਰ੍ਹਾਂ ਮਾਹੇ ਦਾ ਤੀਸਰੀ ਤੁਕ ਦੇ ਅੰਤ ਸਮਾ ਜਾਣਾ ਅਰਥ ਵੀ ਲਾਉਂਦੇ ਹਨ ਕਿ ਤ੍ਰੈ ਗੁਣ ਸਮਾ ਜਾਂਦੇ ਹਨ ਤੇ ਤ੍ਰਿਸ਼ਨਾ ਮਰ ਜਾਂਦੀ ਹੈ। ਪਰ ਇਹ ਦੋਵੇਂ ਅਰਥ ਖਿੱਚ ਜਾਪਦੀ ਹੈ। ਅਗਨ ਦਾ ਭਾਵ ਹੈ ਅੱਗ, ਭਾਵ ਤ੍ਰਿਸ਼ਨਾ ਰੂਪੀ ਅੱਗ। ਗੁਣ, ਇੱਥੇ ਗੁਣ ਦਾ ਅਰਥ ਗੁਣਾਨਵਾਦ ਹੈ, ਦੇਵੀ ਗੁਣ ਨਹੀਂ, ਜਿਸ ਨੂੰ ਅਗਲੀ ਤੁਕ ਸਪਸ਼ਟ ਕਰ ਦਿੰਦੀ ਹੈ, ਗੁਣ ਸਾਰ। ਜੋਤੀ ਦਾ ਭਾਵ ਹੈ ਜੋਤ ਵਾਲਾ, ਪ੍ਰਕਾਸ਼ ਸਰੂਪ, ਭਾਵ ਪ੍ਰਮਾਤਮਾ ਵਿੱਚ। ਜੋਤ ਦਾ ਭਾਵ ਹੈ ਜੋਤ, ਪ੍ਰਕਾਸ਼, ਆਤਮਾ, ਭਾਵ ਜੀਵਾਤਮਾ ਨੂੰ। ਸੁਰਤੀ ਦਾ ਭਾਵ ਹੈ ਸੁਰਤ ਵਾਲਾ। ਸੁਰਤ ਤਾਂ ਸਭ ਦੇ ਅੰਦਰ ਹੈ, ਪਰ ਜਿਸ ਦੀ ਸੁਰਤ ਭਗਤੀ ਗਿਆਨ ਨਾਲ ਜਾਗ ਪਈ ਹੈ, ਉਹ ਹੈ ਸੁਰਤਾ ਜਾਂ ਸੁਰਤੀ, ਭਾਵ ਸੁਰਤ ਦਾ ਮਾਲਕ। ਸੁਰਤ ਦਾ ਭਾਵ ਹੈ ਹੋਸ਼। ਬ੍ਰਿਤੀ ਭਾਵ ਹੈ ਜਗਿਆਸੂ ਦੀ ਸੁਰਤ। ਹਿੰਸਾ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਹਿੰਸਾ ਧਾਤੂ ਹੈ ਹਨ, ਭਾਵ ਮਾਰਨਾ, ਦੁੱਖ ਦੇਣਾ, ਮਾਰਨਾ, ਹੱਤਿਆ। ਹਿੰਸਾ ਤ੍ਰੈ ਪ੍ਰਕਾਰ ਦੀ ਹੈ। ਨੰਬਰ 1, ਮਨ ਦੀ ਹਿੰਸਾ, ਈਰਖਾ, ਵੈਰ ਭਾਵ। ਨੰਬਰ 2, ਵਚਨ ਦੀ, ਨਿੰਦਾ, ਕਠੋਰ ਵਾਕ, ਗਾਲੀ ਦੇਣੀ ਜਾਂ ਲਿਖਣੀ। ਨੰਬਰ 3, ਕਰਨੀ ਦੀ, ਸਰੀਰਕ ਦੁੱਖ ਦੇਣਾ, ਸੱਟ ਮਾਰਨੀ, ਕਤਲ ਕਰਨਾ। ਗਤ ਗਏ ਦਾ ਭਾਵ ਹੈ ਪੰਜਾਬੀ ਵਿੱਚ ਨਾਸ਼ ਹੋ ਗਏ। ਸੰਸਕ੍ਰਿਤੀ ਵਿੱਚ ਗਤ ਭਾਵ ਚਾਲ। ਗੁਰਬਾਣੀ ਵਿੱਚ ਗਤ, ਚਾਲ, ਹਾਲਤ, ਗਿਆਨ ਆਦਿ ਅਰਥਾਂ ਵਿੱਚ ਵੀ ਆਇਆ ਹੈ। ਜੈਸੇ ਕਿ
ਅਪਿਓ ਪੀਓ ਗਤ ਥੀਓ ਭਰਮਾ। ਜੈਤ ਸਰੀ ਮਹੱਲਾ ਪੰਜਵਾ। ਅਪਿਓ ਅੰਮ੍ਰਿਤ ਪੀਤਾ ਤਾਂ ਭਰਮ ਨਾਸ਼ ਹੋ ਗਏ। ਫਿਰ ਗਤ ਚਾਲ ਜਾਂ ਰਸਤੇ ਦੇ ਅਰਥਾਂ ਵਿੱਚ ਆਇਆ ਹੈ। ਜਰਾ ਮਰਨ ਗਤ ਗਰਭ ਨਿਵਾਰੇ। ਗੌੜੀ ਮਹੱਲਾ ਪਹਿਲਾ। ਗੁਰਮੁਖ, ਇੱਥੇ ਗੁਰਮੁਖ ਦਾ ਅਰਥ ਗੁਰੂ ਹੈ, ਪਰ ਕਈ ਸੱਜਣ ਇੱਥੇ ਗੁਰਮੁਖ ਦਾ ਅਰਥ ਗੁਰੂ ਸਨਮੁਖ ਪੁਰਖ ਲਾਉਂਦੇ ਹਨ ਕਿ ਜਿਸ ਗੁਰਮੁਖ ਦੇ ਮਨ ਵਿੱਚ ਹਰੀ ਨਾਮ ਵਸਦਾ ਹੈ, ਉਸ ਨੂੰ ਹਰੀ ਆਪਣੇ ਨਾਲ ਮੇਲ ਲੈਂਦਾ ਹੈ। ਸੰਜੋਗ ਸੰਜੋਗ ਮੇਲ। ਗੁਰ ਸੰਜੋਗ ਭਾਵ ਵੱਡਾ ਸੰਜੋਗ, ਭਾਵ ਪ੍ਰਮਾਤਮ ਮੇਲ। ਗੁਰ ਤੇ ਸੰਜੋਗ ਦੋਹਾਂ ਨੂੰ ਔਂਕੜ ਹੋਣ ਕਰਕੇ ਗੁਰ ਵਿਸ਼ੇਸ਼ਣ ਹੈ ਸੰਜੋਗ ਦਾ, ਛੋਟਾ ਮੇਲ ਹੈ। ਗੁਰੂ ਨਾਲ ਜੋ ਵਾਹਿਗੁਰੂ ਕਰਾਉਂਦਾ ਹੈ, ਵੱਡਾ ਮੇਲ ਹੈ ਵਾਹਿਗੁਰੂ ਨਾਲ ਜੋ ਗੁਰੂ ਕਰਾਉਂਦਾ ਹੈ। ਜੇ ਹਰ ਨੂੰ ਮੇਲੇ ਦਾ ਕਰਤਾ ਕਾਰਕ ਮੰਨਿਆ ਜਾਵੇ ਤਾਂ ਅਰਥ ਬਣੇਗਾ ਗੁਰੂ ਦੁਆਰੇ ਜਿਸ ਦੇ ਮਨ ਵਿੱਚ ਵਸ ਜਾਂਦਾ ਏ, ਉਸ ਨੂੰ ਹਰੀ ਸੰਜੋਗ ਕਰਕੇ ਆਪਣੇ ਨਾਲ ਮੇਲ ਲੈਂਦਾ ਹੈ, ਪਰ ਸੰਜੋਗ ਨੂੰ ਸਿਹਾਰੀ ਨਹੀਂ, ਇਸ ਲਈ ਕਰਕੇ ਅਰਥ ਨਹੀਂ ਲੱਗਦਾ। ਜਿਸ ਨੂੰ ਗੁਰੂ ਦੇ ਸੰਜੋਗ ਵਿੱਚ ਆਪ ਹਰੀ ਮੇਲੇ, ਉਸ ਗੁਰਮੁਖ ਦੇ ਮਨ ਵਿੱਚ ਹਰੀ ਵਸ ਜਾਂਦਾ ਹੈ। ਪਰ ਇੱਥੇ ਵੀ ਸੰਜੋਗ ਦਾ ਅਰਥ ਸੰਜੋਗ ਵਿੱਚ ਨਹੀਂ ਬਣਦਾ ਤੇ ਗੁਰ ਨੂੰ ਔਂਕੜ ਹੋਣ ਕਰਕੇ ਗੁਰੂ ਦੇ ਅਰਥ ਨਹੀਂ ਬਣਦਾ। ਕਾਇਆ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਕਾਏ ਭਾਵ ਸਰੀਰ, ਦੇਹ ਭਾਵ ਸਾਰਾ ਆਪਾ ਆਪਣਾ ਆਪਾ। ਭੋਗਣਹਾਰ ਦਾ ਭਾਵ ਹੈ ਭੋਗਣ ਵਾਲਾ। ਵਾਹਿਗੁਰੂ ਜੋ ਲਿਪਤ ਹੈ ਫੇਰ ਭੋਗ ਭੋਗਦਾ ਹੈ, ਭਾਵ ਭਗਤਾਂ ਵੱਲੋਂ ਆਏ ਪ੍ਰੇਮ ਰਸ ਦਾ ਆਪ ਪ੍ਰੇਮ ਸਰੂਪ ਹੋਣ ਕਰਕੇ ਰਸ ਮਾਨਣਹਾਰ ਹੈ। ਰਵਹਿ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਰਮਣੰ ਭਾਵ ਆਨੰਦ ਦੇਣ ਵਾਲੀ ਕਿਰਿਆ, ਮਾਣਦਾ ਹੈ ਪ੍ਰਭੂ। ਜੇ ਅਰਥ ਕਰੀਏ ਸੁਹਾਗਣਾ ਰਸ ਮਾਣੀਆਂ ਹਨ ਤਾਂ ਰਵਹਿ ਨੂੰ ਪੜ੍ਹਨਾ ਪਵੇਗਾ ਰਮਹਿ। ਗੁਰਮੁਖ ਦਾ ਭਾਵ ਜੋ ਗੁਰ ਦੀਖਿਆ ਲੈ ਕੇ ਤੇ ਕਮਾਈ ਕਰਕੇ ਕਰਤਾਰਥ ਹੋ ਗਿਆ, ਪੁੱਗ ਗਿਆ, ਸਿੱਖ ਪੰਚ ਸੰਤ। ਸੁਹਾਗਣੀ ਦਾ ਭਾਵ ਗੁਰਮੁਖ ਹੋ ਗਿਆ ਸਿੱਖ। ਸੇਜ ਪਤਾਰ ਦਾ ਭਾਵ ਹੈ ਸੇਜਾ ਦਾ ਪਤੀ। ਸੇਜ ਦਾ ਭਾਵ ਹੈ ਅੰਤःਕਰਨ, ਪਤਾਰ ਦਾ ਭਾਵ ਹੈ ਪ੍ਰਮਾਤਮਾ। ਭਾਵ ਪਿੱਛੇ ਕਹੇ ਜਗਿਆਸੂ ਦਾ ਅੰਤঃਕਰਨ ਪਤੀ ਪ੍ਰਾਪਤੀ ਲਈ ਸੁੱਧ ਹੋ ਗਿਆ ਹੈ। ਉਥੇ ਸੇਵਾ ਵਾਹਿਗੁਰੂ ਪ੍ਰੇਮ ਦੇ, ਹੋਰ ਕੁਛ ਨਹੀਂ। ਉਥੇ ਕੇਵਲ ਭੋਗਣਹਾਰ ਵਾਹਿਗੁਰੂ ਪ੍ਰਾਪਤ ਹੈ ਜੋ ਆਪਣੇ ਪ੍ਰੇਮੀ ਦੇ ਪਿਰਮ ਰਸ ਨੂੰ ਮਾਣਦਾ ਹੈ। ਜੈਸੇ ਕਿਹਾ ਹੈ ਮੇਰੀ ਜੀਵਨ ਮੇਰੇ ਦਾਸ ਸਾਰੰਗ ਨਾਮਦੇਵ। ਪਰ ਦਾਨੇ ਇਉਂ ਵੀ ਅਰਥ ਕਰਦੇ ਹਨ ਉਸ ਦੀ ਪ੍ਰਾਪਤੀ ਦੇ ਰਸ ਨੂੰ ਸੁਹਾਗਣਾ ਮਾਣਦੀਆਂ ਹਨ। ਚਾਰੇ ਅਗਨ ਦਾ ਭਾਵ ਹੈ ਚਾਰ ਅੱਗਾਂ, ਹੰਸ ਹੇਤ ਲੋਭ ਕੋਪ। ਚਾਰ ਅੱਗਾਂ ਜੋ ਮਾਝ ਦੀ ਵਾਰ ਵਿੱਚ ਇੱਕ ਸ਼ਲੋਕ ਵਿੱਚ ਗੁਰੂ ਜੀ ਨੇ ਆਪ ਗਿਣੀਆਂ ਹਨ। ਇਹ ਸ਼ਬਦ ਸਾਰੇ ਜਿਨ੍ਹਾਂ ਵਿੱਚ ਚਾਰ ਅਗਨ ਪਦ ਆਉਂਦਾ ਹੈ, ਇਸ ਸ਼ਲੋਕ ਤੋਂ ਮਗਰੋਂ ਉਚਾਰੇ ਸਹੀ ਹੁੰਦੇ ਹਨ। ਉਹ ਸ਼ਲੋਕ ਰਾਗ ਮਾਝ ਦਾ ਹੋਣ ਕਰਕੇ ਆਪਣੀ ਰਾਗਾਂ ਵਾਲੀ ਤਰਤੀਬ ਕਰਕੇ ਮਾਝ ਵਿੱਚ ਇਸ ਕਰਕੇ ਇਹਨਾਂ ਸ਼ਬਦਾਂ ਤੋਂ ਮਗਰੋਂ ਆਉਂਦਾ ਹੈ। ਪਾਠ ਹੈ ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ। ਵਾਰ ਮਾਝ ਮਹੱਲਾ ਪਹਿਲਾ। ਅਰਥਾਤ ਹਿੰਸਾ ਮੋਹ ਲੋਭ ਕ੍ਰੋਧ। ਇਸ ਸ਼ਬਦ ਵਿੱਚ ਵੀ ਚਾਰ ਅਵਗੁਣ ਗਿਣੇ ਹਨ ਜੋ ਜੋਤੀ ਨੂੰ ਆਛਾਦਨ ਕਰ ਸਕਦੇ ਹਨ। ਹਿੰਸਾ ਹਉਮੈ ਸੰਸਾ ਤੇ ਸੋਗ। ਹੋ ਸਕਦਾ ਹੈ ਇੱਧਰ ਇਸ਼ਾਰਾ ਹੋਵੇ। ਗੁਰਮੁਖ ਭਾਵ ਇੱਥੇ ਗੁਰਮੁਖ ਦਾ ਅਰਥ ਗੁਰੂ ਦੁਆਰਾ ਹੈ। ਕਮਲ ਦਾ ਭਾਵ ਹੈ ਕੌਲ ਫੁੱਲ, ਹਿਰਦੈ ਕਮਲ। ਮਨ ਦੀ ਸੰਸਾਰ ਨਾਲ ਤਦਾਕਾਰ ਹੋਈ ਅਵਸਥਾ ਜਦ ਭਜਨ ਬੰਦਗੀ ਇਕਾਗਰਤਾ ਨਾਲ ਉਲਟਦੀ ਹੈ ਤਾਂ ਮਨ ਸਿੱਧਾ ਹੋ ਜਾਂਦਾ ਹੈ। ਜਿਵੇਂ ਕਮਲ ਦੀ ਡੋਡੀ ਪਹਿਲੇ ਊਂਦੀ ਹੁੰਦੀ ਹੈ, ਫਿਰ ਡੰਡੀ ਸਿੱਧੀ ਤੀਰ ਹੋ ਜਾਂਦੀ ਹੈ ਤਾਂ ਕਮਲ ਖਿੜ ਪੈਂਦਾ ਹੈ। ਇਸ ਤਰ੍ਹਾਂ ਸਿੱਧਾ ਹੋ ਕੇ ਮਨ ਖਿੜ ਜਾਂਦਾ ਹੈ। ਜਿਸ ਤਰ੍ਹਾਂ ਨਾਨਕ ਭਗਤਾ ਸਦਾ ਵਿਗਾਸ। ਜਪਜੀ ਸਾਹਿਬ। ਇਹ ਖੇੜਾ ਸੰਸਾਰਿਕ ਪ੍ਰਾਪਤੀਆਂ ਤੋਂ ਰਜੋਗੁਣੀ ਖੁਸ਼ੀ ਨਾਲੋਂ ਵੱਖਰੀ ਵਸਤੂ ਹੈ
ਇਹ ਸਤੋ ਗੁਣ ਤੇ ਉਸ ਤੋਂ ਉਚੇਰੀ ਦਸ਼ਾ ਊਰਧ ਸਤੋ ਦੀ ਪ੍ਰਾਪਤੀ ਦਾ ਵਿਗਾਸ ਹੈ।